ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਸ਼ੋਅ ਦੇ ਵਿੱਚ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ। ਉਹ ਖਬਰਾਂ ਕਿਹੜੀਆਂ ਨੇ, ਆਓ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸਦੇ ਹਾਂ। ਦੁਨੀਆ ਦੇ ਨਿਸ਼ਾਨੇ ਤੇ ਆ ਚੀਨ, ਕੋਵਿਡ-19 ਨੂੰ ਲੈ ਕੇ, ਕਰੋਨਾ ਵਾਇਰਸ ਨੂੰ ਲੈ ਕੇ। ਪਰ ਚੀਨ ਨੇ ਇੱਕ ਨਵਾਂ ਸਗੂਫਾ ਛੱਡ ਦਿੱਤਾ ਹੈ। ਉਹ ਕੀ ਹੈ, ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਬੀਤੇ ਕੁਝ ਮਹੀਨਿਆਂ ਦੌਰਾਨ ਕੈਨੇਡਾ ਦੀ ਸਰਹੱਦ ਤੋਂ ਹਜ਼ਾਰਾਂ ਲੋਕ ਮੋੜੇ ਨੇ, ਜਿਹੜੇ ਕੈਨੇਡਾ ਦੇ ਵਿੱਚ ਵੜਨਾ ਚਾਹੁੰਦੇ ਸੀ, ਐਂਟਰ ਹੋਣਾ ਚਾਹੁੰਦੇ ਸੀ। ਮੋੜਨ ਦਾ ਕਾਰਨ ਕੀ ਰਿਹਾ, ਖਬਰ ਸਾਂਝੀ ਕਰਾਂਗੇ। ਅਗਲੀ ਵੀ ਬੜੀ ਮਹੱਤਵਪੂਰਨ ਖਬਰ ਹੈ। ਪੰਜਾਬ ਪੁਲਿਸ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦਾ ਕੇਸ ਚੱਲ ਰਿਹਾ, ਪਰ ਸੁਣਵਾਈ ਟਲ ਗਈ ਹੈ। ਸੁਣਵਾਈ ਟਲਣ ਦਾ ਕਾਰਨ ਕੀ ਹੈ, ਖਬਰ ਸਾਂਝੀ ਕਰਾਂਗੇ। ਪੰਜਾਬ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾਉਣ ਦੇ ਵਾਸਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ, ਪਰ ਬੀਤੇ ਦਿਨੀ ਪਲਟੀ ਮਾਰਦੇ ਸੀ। ਤੇ ਅੱਜ ਨਵਾਂ ਬਿਆਨ ਵਿਧਾਨ ਸਭਾ ਦੇ ਸਪੀਕਰ ਦਾ ਕੀ ਆਇਆ, ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਬਿਹਾਰ ਦੇ ਵਿੱਚ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਪਰ ਸਿੱਧੂ ਲੱਗਦਾ ਹੈ ਕਾਂਗਰਸ ਨੇ ਆਊਟ ਕਰ ਦਿੱਤਾ ਹੈ। ਸਿੱਧੂ ਨੂੰ ਘਾਹ ਨਹੀਂ ਪਾਇਆ ਕਾਂਗਰਸ ਨੇ। ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ। ਮੀਟਿੰਗ ਕਿਹੜੀ ਗੱਲ ਨੂੰ ਲੈ ਕੇ ਹੋਈ, ਪਰ ਇੱਕ ਸੁਰਤਾ ਨਹੀਂ ਬਣੀ, ਇਸ ਕਰਕੇ ਮੀਟਿੰਗ ਅੱਗੇ ਪਾ ਦਿੱਤੀ ਗਈ ਹੈ। ਇਹ ਸਾਰੀਆਂ ਖਬਰਾਂ ਵਿਸਥਾਰ ਨਾਲ ਵਿਚਾਰਦੇ ਹਾਂ, ਪਰ ਇਹਦੇ ਤੋਂ ਪਹਿਲਾਂ ਜੇਕਰ ਹਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ, ਨੋਟੀਫਿਕੇਸ਼ਨ ਵਾਲੀ ਘੰਟੀ ਵੀ ਔਨ ਕਰ ਲੈਣੀ। ਸਾਰਾ ਵੀਡੀਓ ਦੇਖਿਓ, ਖਬਰਾਂ ਦਾ ਵਿਸਥਾਰ ਤੇ ਜਾਣਕਾਰੀਆਂ ਦੇਖਿਓ। ਜੇ ਚੰਗੀਆਂ ਲੱਗੀਆਂ ਫਿਰ ਲਾਈਕ ਅਤੇ ਸ਼ੇਅਰ ਕਰਨ ਦੀ ਕੋਈ ਢਿੱਲ ਮੱਠ ਨਾ ਵਰਤਿਓ। ਆਓ ਹੁਣ ਖਬਰ ਜਿਹੜੀ ਸਭ ਤੋਂ ਮਹੱਤਵਪੂਰਨ ਹੈ, ਕੋਵਿਡ-19 ਪੈਂਡੈਮਿਕ, ਜਿਸ ਨੂੰ ਕਰੋਨਾ ਵਾਇਰਸ ਆਮ ਤੌਰ ਤੇ ਆਖਿਆ ਜਾਂਦਾ ਹੈ। ਇਸ ਮਹਾਮਾਰੀ ਨੇ ਸਾਰੀ ਦੁਨੀਆ ਝੰਬ ਦਿੱਤੀ ਹੈ। ਆਮ ਤੌਰ ਤੇ ਅੱਜ ਤੱਕ ਇਹੀ ਚਰਚਾ ਹੈ, ਤੇ ਇਹਨਾਂ ਚਰਚਾਵਾਂ ਦੇ ਕਾਰਨ ਦੁਨੀਆ ਦੇ ਸਾਰੇ ਲਗਭਗ ਮੁਲਕਾਂ ਦੇ ਨਿਸ਼ਾਨੇ ਤੇ ਚੀਨ ਹੈ। ਪਰ ਚੀਨ ਨੇ ਇਹਨਾਂ ਸਾਰੀਆਂ ਆਲੋਚਨਾਵਾਂ ਨੂੰ ਸਿਰੇ ਤੋਂ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ। ਚੀਨ ਦਾਅਵਾ ਕਰ ਰਿਹਾ ਹੈ, ਚੀਨ ਦਾ ਕਹਿਣਾ ਹੈ ਕਿ ਜਿਹੜਾ ਕਰੋਨਾ ਵਾਇਰਸ ਜਿਹੜਾ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲ ਰਿਹਾ, ਭਾਵ ਲਾਗ ਦੀ ਬਿਮਾਰੀ ਹੈ, ਇਹ ਸਾਡੇ ਤੋਂ ਨਹੀਂ ਫੈਲਿਆ। ਭਾਵੇਂ ਦੁਨੀਆ ਆਖੀ ਜਾ ਰਹੀ ਹੈ ਕਿ ਇਸ ਦੀ ਪੈਦਾਇਸ਼ ਚੀਨ ਤੋਂ ਹੋਈ ਹੈ, ਚੀਨ ਦੀ ਇੱਕ ਲੈਬੋਰੇਟਰੀ ਤੋਂ ਹੋਈ ਹੈ। ਉਹ ਕਹਿੰਦਾ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਹੋ, ਪਰ ਅਸੀਂ ਤੁਹਾਡੇ ਸਾਰੇ ਦੋਸ਼ਾਂ ਦਾ ਖੰਡਨ ਕਰ ਰਹੇ ਹਾਂ। ਉਹ ਕਹਿੰਦੇ ਇਹ ਵਾਇਰਸ ਮਹਾਮਾਰੀ ਤਬਦੀਲ ਹੋਣ ਤੋਂ ਪਹਿਲਾਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇੱਕ ਚੀਨ ਦੇ ਵੁਹਾਨ ਸ਼ਹਿਰ ਦੀ ਲੈਬੋਰੇਟਰੀ ਦੇ ਵਿੱਚ ਪੈਦਾ ਕੀਤਾ ਗਿਆ। ਉਹ ਕਹਿੰਦੇ ਇਹ ਸਰਾਸਰ ਝੂਠਾ ਇਲਜ਼ਾਮ ਹੈ। ਚੀਨ ਨੇ ਅਮਰੀਕਾ ਦੇ ਤੇ ਦੁਨੀਆ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਵੁਹਾਨ ਦੀ ਇੱਕ ਲੈਬੋਰੇਟਰੀ ਦੇ ਵਿੱਚ ਇਹ ਮੈਨ ਮੇਡ ਹੈ। ਉਹਨੇ ਇਸ ਦੋਸ਼ ਨੂੰ ਵੀ ਖਾਰਜ ਕੀਤਾ ਕਿ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਤੋਂ ਪਹਿਲਾਂ ਇਹ ਚਮਗਿੱਦੜ ਜਾਂ ਕਿਸੇ ਹੋਰ ਜਾਨਵਰ ਜਾਂ ਪਸ਼ੂ ਪੰਛੀ ਦੇ ਵਿੱਚ ਚੀਨ ਦੇ ਇੱਕ ਸ਼ਹਿਰ ਦੇ ਵਿੱਚੋਂ ਬਾਹਰ ਨਿਕਲਿਆ। ਉਹ ਕਹਿੰਦੇ ਨਵੀਂ ਤਰ੍ਹਾਂ ਦਾ ਵਾਇਰਸ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੇ ਨੇ ਆਖਿਆ, ਉਹਦਾ ਨਾਂ ਹੈ ਹੁਆ ਜੁਨਚਿੰਗ। ਇੱਕ ਪੱਤਰਕਾਰ ਸੰਮੇਲਨ ਕਰ ਰਹੇ ਸੀ। ਉਹ ਕਹਿੰਦੇ ਆ ਜਿਹੜਾ ਕੋਵਿਡ-19 ਜਾਂ ਕਰੋਨਾ ਵਾਇਰਸ ਹੈ, ਇੱਕ ਨਵੀਂ ਤਰ੍ਹਾਂ ਦਾ ਵਾਇਰਸ ਹੈ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਤੱਥ ਰਿਪੋਰਟਾਂ ਸਾਹਮਣੇ ਲਗਾਤਾਰ ਆ ਰਹੀਆਂ ਨੇ। ਕਦੇ ਕੋਈ ਕਹਿ ਰਿਹਾ ਹੈ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ, ਮੇਰੀ ਸੁੰਘਣ ਸ਼ਕਤੀ ਗਈ, ਕਿਸੇ ਨੂੰ ਸਵਾਦ ਨਹੀਂ ਆਉਂਦਾ, ਕਿਸੇ ਨੂੰ ਬੁਖਾਰ ਹੋ ਰਿਹਾ, ਕਿਸੇ ਨੂੰ ਖੰਘ ਹੋ ਰਹੀ ਹੈ, ਕਿਸੇ ਨੂੰ ਜ਼ੁਕਾਮ ਹੋ ਰਿਹਾ ਹੈ, ਅਤੇ ਕਿਸੇ ਨੂੰ ਕਈ ਹੋਰ ਤਰ੍ਹਾਂ ਦੀਆਂ ਅਲਾਮਤਾਂ, ਤੇ ਕਈਆਂ ਵਿੱਚ ਇਹ ਕੋਈ ਲੱਛਣ ਪਾਇਆ ਹੀ ਨਹੀਂ ਜਾ ਰਿਹਾ। ਉਹ ਕਹਿੰਦੇ ਦੁਨੀਆ ਇਹ ਗੱਲ ਤਾਂ ਜਾਣਦੀ ਹੈ, ਅਸੀਂ ਸਾਰੇ ਇਹ ਗੱਲ ਤਾਂ ਜਾਣਦੇ ਹਾਂ ਕਿ ਇਹ ਕੋਵਿਡ-19 ਬੀਤੇ ਵਰੇ, ਭਾਵ ਸਾਲ 2019 ਦੇ ਆਖਰੀ ਦਿਨਾਂ ਦੇ ਵਿੱਚ ਦੁਨੀਆ ਦੇ ਵੱਖੋ-ਵੱਖ ਥਾਵਾਂ ਤੇ ਫੈਲਿਆ। ਜਦ ਕਿ ਉਹ ਕਹਿੰਦੇ ਚੀਨ ਨੇ ਸਭ ਤੋਂ ਪਹਿਲਾਂ ਦੁਨੀਆ ਨੂੰ ਇਹਦੀ ਜਾਣਕਾਰੀ ਦਿੱਤੀ ਹੈ, ਜਾਂ ਚੀਨ ਨੇ ਸਭ ਤੋਂ ਪਹਿਲਾਂ ਇਸ ਵਾਇਰਸ ਦੀ ਪਛਾਣ ਕੀਤੀ ਹੈ। ਪਰ ਤੁਸੀਂ ਕਹਿੰਦੇ ਸਾਡੇ ਤੇ ਇਲਜ਼ਾਮ ਲਾਉਣ ਲੱਗ ਪਏ। ਅਸਲ ਦੇ ਵਿੱਚ ਮਾਈਕ ਪੋਂਪੀਓ ਨੇ ਜਵਾਬ ਵਿੱਚ ਟਿੱਪਣੀ ਚੀਨ ਦੀ ਸੱਤਾਧਾਰੀ ਪਾਰਟੀ ਆਫ ਚਾਈਨਾ ਦੇ ਪਰਦਾ ਪਾਏ ਜਾਣ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਦੋਸ਼ਾਂ ਦੇ ਜਵਾਬ ਦੇ ਵਿੱਚ ਆਹ ਟਿੱਪਣੀਆਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕੀਤੀਆਂ ਨੇ। ਉਹ ਕਹਿੰਦੇ ਅੱਜ ਤੱਕ ਜੌਨਸ ਹੌਪਕਿੰਸ ਕਰੋਨਾ ਵਾਇਰਸ ਰਿਸੋਰਸ ਸੈਂਟਰ ਮੁਤਾਬਕ ਇਸ ਮਹਾਮਾਰੀ ਦੇ ਨਾਲ ਹੁਣ ਤੱਕ ਦੁਨੀਆ ਭਰ ਦੇ ਵਿੱਚ 3.6 ਕਰੋੜ ਲੋਕ ਪ੍ਰਭਾਵਿਤ ਹੋ ਚੁੱਕੇ ਨੇ। 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਅਤੇ ਜੇਕਰ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਧ ਕੋਈ ਪ੍ਰਭਾਵਿਤ ਮੁਲਕ ਕੋਵਿਡ-19 ਨਾਲ ਹੋਇਆ
ਤਾਂ ਉਹ ਦੁਨੀਆ ਦੀ ਸੁਪਰ ਪਾਵਰ ਜਾਣੀ ਜਾਣ ਵਾਲੀ ਸ਼ਕਤੀ ਅਮਰੀਕਾ, ਜਿੱਥੇ 76 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ 2 ਲੱਖ ਤੋਂ ਵੱਧ ਮੌਤਾਂ ਕੋਵਿਡ-19 ਦੇ ਕਾਰਨ ਅਮਰੀਕਾ ਵਿੱਚ ਹੋ ਚੁੱਕੀਆਂ ਨੇ। ਜਦੋਂ ਕਿ ਚੀਨ ਦੇ ਵਿੱਚ ਜਿੱਥੋਂ ਸ਼ੁਰੂਆਤ ਇਸ ਵਾਇਰਸ ਦੀ ਮੰਨੀ ਜਾਂਦੀ ਹੈ, ਭਾਵੇਂ ਉਹਨਾਂ ਨੇ ਅੰਕੜੇ ਛੁਪਾਏ ਨੇ ਜਾਂ ਇਹ ਅਸਲ ਅੰਕੜੇ ਨੇ, ਲਗਭਗ 90,000 ਅੰਕੜੇ ਉੱਥੋਂ ਦੇ ਸਾਹਮਣੇ ਆ ਰਹੇ ਨੇ। ਤੇ ਇਸ ਮਹਾਮਾਰੀ ਦੇ ਕਾਰਨ ਚੀਨ ਦੇ ਵਿੱਚ ਲਗਭਗ 4700 ਦੇ ਨੇੜੇ ਤੇੜੇ ਮੌਤਾਂ ਵੀ ਦੱਸੀਆਂ ਗਈਆਂ ਨੇ। ਹੁਣ ਚੀਨ ਦਾ ਵਿਦੇਸ਼ ਮੰਤਰਾਲਾ ਕਹਿ ਰਿਹਾ, ਉਹ ਕਹਿੰਦੇ ਸਾਡੇ ਤੇ ਇਲਜ਼ਾਮ ਨੇ, ਸਾਡੇ ਮੁਲਕ 'ਚੋਂ ਵਾਇਰਸ ਪੈਦਾ ਨਹੀਂ ਹੋਇਆ, ਸਗੋਂ ਸਾਡੇ ਮੁਲਕ ਦੇ ਵਿੱਚ ਵਾਇਰਸ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਕਈ ਮੁਲਕਾਂ ਵਿੱਚ ਇਹ ਆਲਰੇਡੀ ਵਾਇਰਸ ਫੈਲ ਚੁੱਕਿਆ ਸੀ, ਪਰ ਦੁਨੀਆ ਨੂੰ ਪਤਾ ਹੀ ਨਹੀਂ ਲੱਗ ਸਕਿਆ। ਚੀਨ ਨੇ ਤਾਂ ਸਗੋਂ ਦੁਨੀਆ ਨੂੰ ਦੱਸਿਆ, ਸ਼ੀਸ਼ਾ ਦਿਖਾਇਆ। ਹੁਣ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਖਬਰ ਹੈ ਕਿ ਲਗਭਗ ਕੀ ਚੀਨ ਨੂੰ ਆਹ ਗੱਲ ਜਿਹੜੀ ਅੱਜ ਉਹ ਸਾਹਮਣੇ ਲਿਆ ਰਹੇ ਨੇ, ਜਿਹੜੀ ਕੱਲ੍ਹ ਜਾਣਕਾਰੀ ਦਿੱਤੀ ਇੱਕ ਪੱਤਰਕਾਰ ਸੰਮੇਲਨ ਵਿੱਚ, ਕਿ ਲਗਭਗ 1 ਸਾਲ ਬੀਤ ਜਾਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਤੋਂ ਪਹਿਲਾਂ ਹੋਰਨਾਂ ਮੁਲਕਾਂ ਵਿੱਚ ਸੀ। ਭਾਵੇਂ ਕੁਝ ਵੀ ਹੋਵੇ, ਅੱਜ ਤੱਕ ਦੁਨੀਆ ਭਰ ਦਾ ਮੁਲਕ ਤੇ ਮੀਡੀਆ ਇਹੋ ਹੀ ਆਖ ਰਿਹਾ ਕਿ ਚੀਨ ਨੇ ਕੋਵਿਡ-19 ਦੀ ਜਾਣਕਾਰੀ ਹੁੰਦਿਆਂ ਸੁਣਦਿਆਂ ਵੀ ਛੁਪਾਈ। ਉਹਦੇ ਤੋਂ ਬਾਅਦ ਜਿਹੜੇ ਅਸਲ ਅੰਕੜੇ ਨੇ ਦੁਨੀਆ ਦੇ ਸਾਹਮਣੇ ਉਹ ਵੀ ਨਹੀਂ ਰੱਖੇ। ਜੋ ਵੀ ਹੈ, ਚੀਨ ਦੁਨੀਆ ਭਰ ਦੇ ਨਿਸ਼ਾਨੇ ਤੇ ਹੈ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਬੜੀ ਮਹੱਤਵਪੂਰਨ ਖਬਰ ਹੈ, ਖਾਸ ਕਰਕੇ ਕਾਂਗਰਸ ਦੇ ਖੇਮੇ ਕਾਰਨ। ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਗਏ ਸੀ। ਪੰਜਾਬ ਇੰਚਾਰਜ ਨੇ, ਜਿਹੜੇ ਇੰਚਾਰਜ ਕਾਂਗਰਸ ਦੇ ਹਰੀਸ਼ ਰਾਵਤ ਸਾਹਿਬ, ਉਹਨਾਂ ਨੇ 2-3 ਚੱਕਰ ਲਾਏ। ਨਵਜੋਤ ਸਿੰਘ ਸਿੱਧੂ ਨੂੰ ਮਨਾ ਕੇ ਮੋਗੇ ਵਾਲੀ ਰੈਲੀ ਵਿੱਚ ਲਿਆਉਣ ਦੇ ਵਿੱਚ ਕਾਮਯਾਬੀ ਹੋ ਗਏ, ਪਰ ਜਿਹੜੀ ਕੁੱਕੜ ਖੇ ਉਸ ਵਕਤ ਸਟੇਜ ਦੇ ਉੱਤੇ ਆਈ ਸਾਹਮਣੇ, ਉਹ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਮਾਹੌਲ ਸੀ ਉਹ ਸਾਜ਼ਗਾਰ ਨਹੀਂ ਸੀ। ਹਰ ਇੱਕ ਲੀਡਰ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸੀ, ਇੱਕ ਦੂਸਰੇ ਨੂੰ ਇੰਝ ਸੀ ਕਿ ਹੁਣ ਸਿੰਘ ਮਾਰਿਆ ਤੇ ਹੁਣ ਸਿੰਘ ਮਾਰਿਆ। ਉਹਦੇ ਤੋਂ ਬਾਅਦ ਜਿਹੜੀਆਂ ਬਾਕੀ ਰੈਲੀਆਂ ਵੀ ਹੋਈਆਂ, ਕਿਤੇ ਨਵਜੋਤ ਸਿੱਧੂ ਗੁੰਮ, ਕਿਤੇ ਮਨਪ੍ਰੀਤ ਬਾਦਲ ਗਾਇਬ, ਕਿਤੇ ਪ੍ਰਤਾਪ ਸਿੰਘ ਬਾਜਵਾ ਗਾਇਬ, ਕਿਤੇ ਸ਼ਮਸ਼ੇਰ ਸਿੰਘ ਦੂਲੋਂ ਗਾਇਬ, ਭਾਵ ਇੱਕ ਸੁਰਤਾ ਨਜ਼ਰ ਨਹੀਂ ਆਈ। ਅਗਲੀ ਗੱਲ ਇਹ ਵੀ ਹੈ, ਜੇਕਰ ਇਹ ਕਿਸਾਨਾਂ ਦੇ ਹਤਾਇਸ਼ੀ ਨੇ, ਕਿਸਾਨਾਂ ਦੇ ਕਾਰਨ ਸੜਕਾਂ ਤੇ ਨਿਕਲੇ ਹੈ, ਕੰਮ ਇਹ ਦਿੱਲੀ 'ਚ ਹੋਣਾ ਹੈ। ਵੋਟਿੰਗ ਵੀ ਦਿੱਲੀ ਪਾਰਲੀਮੈਂਟ ਸਦਨ ਦੇ ਵਿੱਚ ਸੈਸ਼ਨ ਦੇ ਵਿੱਚ ਹੋਈ ਹੈ, ਉੱਥੇ ਰਾਹੁਲ ਗਾਂਧੀ ਜੀ ਹਾਜ਼ਰ ਨਹੀਂ ਸੀ। ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਜੇਕਰ ਮੁਲਾਕਾਤ ਕਰਨੀ ਹੋਵੇ, ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਆ, ਉਹ ਮੁਲਾਕਾਤ ਦਾ ਸਮਾਂ ਲੈ ਸਕਦਾ ਹੈ। ਹੁਣ ਉਹ ਵਿਰੋਧੀ ਧਿਰ ਦੇ ਲੀਡਰ ਨੇ, ਕਿਉਂਕਿ ਵੱਡੇ ਲੀਡਰ ਨੇ, ਭਾਵੇਂ ਕਿਸੇ ਨੂੰ ਬਣਾ ਦੇਣ ਉਹ ਵਿਰੋਧੀ ਧਿਰ ਦਾ ਲੀਡਰ, ਪਰ ਤੁਹਾਨੂੰ ਪਤਾ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕਾਂਗਰਸ ਦਾ ਵਜੂਦ ਹਾਲ ਦੀ ਘੜੀ ਕਾਂਗਰਸ ਵਾਲੇ ਮੰਨ ਨਹੀਂ ਰਹੇ। ਰਾਹੁਲ ਗਾਂਧੀ ਜੀ ਪੰਜਾਬ ਆਉਣ ਤੋਂ ਪਹਿਲਾਂ ਚੰਗਾ ਹੁੰਦਾ, ਬਿਹਾਰ ਜਾਣ ਤੋਂ ਪਹਿਲਾਂ ਚੰਗਾ ਹੋਵੇ, ਹਰਿਆਣੇ 'ਚ ਜਾਣ ਤੋਂ ਪਹਿਲਾਂ ਚੰਗਾ ਹੁੰਦਾ ਜੇਕਰ ਨਰਿੰਦਰ ਮੋਦੀ ਦੇ ਨਾਲ 1-to-1 ਗੱਲਬਾਤ ਕਰਦੇ। ਕਰ ਖੈਰ, ਉਹਨਾਂ ਨੇ ਕਾਂਗਰਸ ਹਤੈਸ਼ੀ ਹੋਣ ਦਾ ਸਬੂਤ ਦਿੱਤਾ ਤੇ 3 ਦਿਨਾਂ ਦੀ ਰੈਲੀ ਉਹ ਪੰਜਾਬ ਦੇ ਵਿੱਚ ਕਰਕੇ ਗਏ ਨੇ। ਹੁਣ ਉਧਰ ਲੱਗਦਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ, ਕਿਉਂਕਿ ਆਖਦੇ ਸੀ ਜਦੋਂ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਸੀ ਇੱਕ ਵਾਰੀ ਕਿ ਤੁਹਾਡਾ ਕੈਪਟਨ ਕੌਣ ਹੈ, ਉਹ ਕਹਿੰਦਾ ਮੈਂ ਆਹ ਕੈਪਟਨ ਨੂੰ ਕੀ ਸਮਝਦਾ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਪਰ ਹੁਣ ਚੋਣ ਕਮਿਸ਼ਨ ਨੇ ਬਿਹਾਰ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 25 ਸਤੰਬਰ ਨੂੰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਤਰੀਕਾਂ ਦਾ ਐਲਾਨ ਕਰ ਦਿੱਤਾ ਤੇ ਬਿਹਾਰ ਦੀਆਂ ਚੋਣਾਂ 3 ਪੜਾਵਾਂ ਦੇ ਵਿੱਚ ਹੋਣੀਆਂ ਨੇ ਤੇ ਕੁੱਲ 243 ਸੀਟਾਂ ਤੇ ਵੋਟਿੰਗ ਹੋਣੀ ਹੈ। ਪਹਿਲੇ ਪੜਾਅ ਦੀ ਵੋਟਿੰਗ 28 ਅਕਤੂਬਰ ਨੂੰ ਹੋਏਗੀ, ਦੂਜੇ ਪੜਾਅ ਦੀਆਂ ਚੋਣਾਂ 3 ਨਵੰਬਰ ਨੂੰ ਹੋਣਗੀਆਂ, ਆਖਰੀ ਪੜਾਅ ਦੀ ਚੋਣ 7 ਨਵੰਬਰ ਨੂੰ ਹੋਣੀ ਹੈ ਅਤੇ ਸਾਰੇ ਤਿੰਨੇ ਪੜਾਵਾਂ ਦੇ ਵਿੱਚ ਹੋਈਆਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਆਉਣਗੇ। ਹੁਣ ਜਿਹੜੀ ਖਾਸ ਗੱਲ ਹੈ ਕਿ ਵੋਟਿੰਗ ਦਾ ਸਮਾਂ 1 ਘੰਟੇ ਲਈ ਇਸ ਵਾਰ ਚੋਣ ਕਮਿਸ਼ਨ ਨੇ ਵਧਾ ਦਿੱਤਾ ਹੈ। ਇਹ ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣਗੀਆਂ। ਇਹ ਬਦਲਾਅ ਜਿਹੜੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਨਹੀਂ ਹੋਏਗਾ ਤੇ ਬਾਕੀਆਂ ਥਾਵਾਂ ਤੇ ਇਹ ਸਮਾਂ ਇਹ ਰਹੇਗਾ। ਹੁਣ ਜਦੋਂ ਬਿਹਾਰ ਵਿਧਾਨ ਸਭਾ ਚੋਣਾਂ ਐਲਾਨ ਹੋ ਚੁੱਕੀਆਂ ਨੇ, ਸਿਆਸੀ ਮੈਦਾਨ ਭਖ ਚੁੱਕੇ ਨੇ ਜਾਂ ਸਟਾਰ ਪ੍ਰਚਾਰਕ ਤਿਆਰੀ ਕਰ ਰਹੇ ਨੇ, ਲੰਗੋਟੇ ਲਾ ਰਹੇ ਨੇ, ਤਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਕਾਂਗਰਸ ਨੇ ਜਾਰੀ ਕੀਤੀ ਹੈ। ਕਾਂਗਰਸ ਨੇ ਜਿਹੜੀ ਅੱਜ ਸੂਚੀ ਜਾਰੀ ਕੀਤੀ ਆ, ਉਹਦੇ ਵਿੱਚ 30 ਸਟਾਰ ਪ੍ਰਚਾਰਕਾਂ ਦੇ ਨਾਮ ਨੇ। ਆਮ ਤੌਰ ਤੇ ਅੱਜ ਤੱਕ ਜਦੋਂ ਵੀ ਸੂਚੀ ਸਟਾਰ ਪ੍ਰਚਾਰਕਾਂ ਦੀ ਕਾਂਗਰਸ ਦਿੰਦੀ ਰਹੀ ਹੈ, ਪੇਸ਼ ਕਰਦੀ ਰਹੀ ਹੈ, ਆਊਟ ਹੁੰਦੀ ਰਹੀ ਹੈ ਸੂਚੀ,
ਉਹਨਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਹਮੇਸ਼ਾ ਆਉਂਦਾ ਰਿਹਾ। ਪਰ ਜਿਹੜੀ ਆਹ 30 ਵਿਅਕਤੀਆਂ ਦੀ ਸੂਚੀ ਕਾਂਗਰਸ ਨੇ ਜਾਰੀ ਕੀਤੀ ਹੈ, ਉਹਦੇ ਵਿੱਚ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਰਾਹੁਲ ਗਾਂਧੀ, ਇਹ ਵੀ ਸਟਾਰ ਪ੍ਰਚਾਰਕ ਨੇ। ਇਹਨਾਂ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ, ਪ੍ਰਿयंका ਗਾਂਧੀ, ਮੀਰਾ ਕੁਮਾਰ, ਮਦਨ ਮੋਹਨ ਝਾ, ਸਦਾਨੰਦ, ਤਾਰਕ ਅਨਵਰ, ਸ਼ਤਰੂਘਨ ਸਿਨਹਾ, ਅਸ਼ੋਕ ਗਹਿਲੋਤ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭੁਪੇਸ਼ ਬਘੇਲ, ਰਣਦੀਪ ਸਿੰਘ ਸੂਰਜੇਵਾਲਾ, ਇਹਨਾਂ ਦੇ ਨਾਂ ਤਾਂ ਸ਼ਾਮਲ ਨੇ। ਪਰ ਇਹ ਸਾਰੀ ਲਿਸਟ ਦੇ ਵਿੱਚ ਵਿਧਾਨ ਸਭਾ ਚੋਣਾਂ 2020 ਜਿਹੜੀਆਂ ਹੋਣ ਜਾ ਰਹੀਆਂ ਨੇ, ਕਿਉਂਕਿ ਜਿੱਤਣਾ ਚਾਹੁੰਦੀ ਹੈ ਕਾਂਗਰਸ ਬਿਹਾਰ ਦੀਆਂ ਚੋਣਾਂ ਨੂੰ, ਇਸੇ ਕਰਕੇ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਹੜੇ ਲੋਕਾਂ ਨੂੰ ਲਾਮਬੰਦ ਕਰ ਸਕਣਗੇ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਈ ਜਾਵੇ। ਇਹਨਾਂ ਚੋਣਾਂ ਦੇ ਵਿੱਚ ਰਾਸ਼ਟਰੀ ਜਨਤਾ ਦਲ ਅਤੇ ਖੱਬੇ ਪੱਖੀ ਦਲਾਂ ਨਾਲ ਤਾਲਮੇਲ ਕਰਕੇ ਕਾਂਗਰਸ ਬਿਹਾਰ ਦੀਆਂ 70 ਸੀਟਾਂ ਤੇ ਚੋਣਾਂ ਲੜ ਰਹੀ ਹੈ। ਕਿਸੇ ਦਬਾਅ ਹੇਠ ਨਹੀਂ ਬੁਲਾਇਆ ਜਾ ਰਿਹਾ, ਜਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆਪਾਂ ਉਧਰ ਨੂੰ ਤੁਰਨਾ। ਪਰ ਹੁਣ ਜਦੋਂ ਉਹਦੇ ਤੋਂ ਪਹਿਲਾਂ, ਕਿਉਂਕਿ ਰਾਜਨੀਤੀ ਦੇ ਵਿੱਚ ਸਰਗਰਮ ਬੜੇ ਹੈ ਨਵਜੋਤ ਸਿੰਘ ਸਿੱਧੂ ਇਸ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ। ਲੱਗਦਾ ਹੈ ਕਿ ਮੋਗੇ ਵਾਲੀ ਬੱਧਨੀ ਕਲਾਂ ਵਾਲੀ ਰੈਲੀ ਦੇ ਵਿੱਚ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਤਲਖੀ ਪੇਸ਼ ਕੀਤੀ ਹੈ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਹਾਈ ਕਮਾਂਡ ਉਹਨਾਂ ਦੇ ਨਾਲ ਨਾਰਾਜ਼ ਹੈ। ਪਰ ਇੱਕ ਗੱਲ ਮੰਨਣੀ ਪਊ, ਨਵਜੋਤ ਸਿੰਘ ਸਿੱਧੂ ਦੀ ਇਹ ਨਾਰਾਜ਼ਗੀ ਕਾਂਗਰਸ ਨੂੰ ਮਹਿੰਗੀ ਪੈ ਸਕਦੀ ਹੈ। ਨਵਜੋਤ ਸਿੰਘ ਸਿੱਧੂ ਖਰੇ ਨੇ ਤੇ ਭਾਵੇਂ ਖੋਟੇ ਨੇ। ਨਵਜੋਤ ਸਿੰਘ ਸਿੱਧੂ ਦੀ ਬਾਕੀ ਕਾਂਗਰਸੀਆਂ ਨਾਲ ਭਾਵੇਂ ਬਣਦੀ ਹੈ ਜਾਂ ਨਹੀਂ ਬਣਦੀ, ਇਹ ਗੱਲ ਬਾਅਦ ਦੀ ਹੈ। ਪਰ ਵੋਟਰ ਉਹਨਾਂ ਨੂੰ ਸੁਣਨਾ ਚਾਹੁੰਦਾ ਹੈ, ਵੋਟਰ ਉਹਨਾਂ ਤੋਂ ਰਾਜ਼ੀ ਵੀ ਨੇ। ਪਰ ਵੋਟਰ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਜੇਕਰ ਸਟਾਰ ਪ੍ਰਚਾਰਕ ਦੇ ਤੌਰ ਤੇ ਬਿਹਾਰ ਦੇ ਵਿੱਚ ਜਾ ਕੇ ਕਿਸੇ ਚੋਣ ਰੈਲੀ ਨੂੰ ਸੰਬੋਧਨ ਕਰਦੇ, ਤਾਂ ਹੋ ਸਕਦਾ ਕਿ ਉਹ ਲਾਮਬੰਦ ਕਰਕੇ ਕਾਂਗਰਸ ਦੇ ਖੇਮੇ ਵੱਲ ਵੋਟਰਾਂ ਨੂੰ ਮੋੜ ਸਕਦੇ। ਪਰ ਆਹ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਆਊਟ ਨੇ। ਲੱਗਦਾ ਹੈ ਕਿ ਉਹ ਨਾਰਾਜ਼ਗੀ ਨਵਜੋਤ ਸਿੰਘ ਸਿੱਧੂ ਨੂੰ ਲੈ ਬੈਠੇਗੀ ਜਾਂ ਉਸ ਨੂੰ ਮਜਬੂਰ ਕਰੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਇੱਕ ਵੱਖਰੀ ਤਰ੍ਹਾਂ ਦੀ ਰਣਨੀਤੀ ਤਿਆਰ ਕਰਨੀ ਪਏਗੀ। ਹੁਣ ਅਗਲੀ ਖਬਰ ਜਿਹੜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਤੇ ਪੰਜਾਬ ਦੇ ਧਰਾਤਲ ਲਈ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਯਾਦ ਹੈ ਕਿ 31 ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਕਿਸਾਨ ਯੂਨੀਅਨਾਂ ਦੀਆਂ, ਉਹ ਸਾਰੀਆਂ ਹੀ ਇਸ ਵਕਤ ਰੋਸ ਰੈਲੀਆਂ, ਧਰਨੇ, ਮੁਜ਼ਾਹਰੇ ਕਰ ਰਹੀਆਂ ਨੇ ਤੇ ਲਗਭਗ 10-15 ਦਿਨ ਹੋ ਚੱਲੇ ਹੁਣ ਤਾਂ। ਉਸ ਦਿਨ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਰਿਆਂ ਨੇ ਮੁਲਾਕਾਤ ਕੀਤੀ ਸੀ। ਉਹਨਾਂ ਦੱਸਿਆ ਸੀ ਕਿ ਆਹ ਕਾਲੇ ਕਾਨੂੰਨ ਜਿਹੜੇ ਖੇਤੀ ਸੁਧਾਰ ਦੇ ਨਾਂ ਹੇਠ ਲਿਆਂਦੇ ਗਏ ਹੈ, ਅਸੀਂ ਚਾਹੁੰਦੇ ਹਾਂ ਕਿ ਇਹ ਰੱਦ ਹੋਣ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਾਰੀਆਂ ਜਥੇਬੰਦੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਵਾਂਗੇ ਅਤੇ ਇਜਲਾਸ ਬੁਲਾ ਕੇ ਅਸੀਂ ਇਹ ਮਤਾ ਪਾਸ ਕਰਕੇ ਅਸੀਂ ਰਾਸ਼ਟਰਪਤੀ ਸਾਹਿਬ ਤੱਕ ਪੁੱਜਦਾ ਕਰਾਂਗੇ, ਪ੍ਰਧਾਨ ਮੰਤਰੀ ਸਾਹਿਬ, ਕੇਂਦਰ ਸਰਕਾਰ ਤੱਕ ਪੁੱਜਦਾ ਕਰਾਂਗੇ। ਉਹਦੇ ਤੋਂ ਬਾਅਦ ਸੰਗਰੂਰ ਰੈਲੀ ਦੇ ਵਿੱਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇ ਜ਼ਰੂਰਤ ਪਈ ਤਾਂ ਅਸੀਂ ਇਜਲਾਸ ਬੁਲਾ ਸਕਦੇ ਹਾਂ, ਜੇ ਜ਼ਰੂਰਤ ਪਈ ਤਾਂ ਅਸੀਂ ਸੁਪਰੀਮ ਕੋਰਟ ਜਾ ਸਕਦੇ ਹਾਂ। ਕੈਪਟਨ ਅਮਰਿੰਦਰ ਸਿੰਘ ਜੀ, ਕੀ ਹਾਲੇ ਤੁਸੀਂ ਜ਼ਰੂਰਤ ਮਹਿਸੂਸ ਨਹੀਂ ਕਰ ਰਹੇ? ਕਿਸਾਨ ਜਥੇਬੰਦੀਆਂ ਤਾਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ, ਮਰੋ ਤੇ ਮਾਰੋ ਦੀ ਨੀਤੀ ਤੇ ਆਈਆਂ ਪਈਆਂ ਨੇ, ਆਰ ਪਾਰ ਦੀ ਜੰਗ ਦਾ ਐਲਾਨ ਕਰ ਚੁੱਕੀਆਂ ਨੇ। ਉਹ ਤਾਂ ਤੁਹਾਨੂੰ ਵਾਰ-ਵਾਰ ਆਖ ਰਹੀਆਂ ਨੇ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਤੁਸੀਂ ਵਾਅਦਾ ਵੀ ਕੀਤਾ ਸੀ। ਪਰ ਜਿੱਥੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਾਜ਼ੀ ਪਲਟ ਦਿੱਤੀ ਸੀ ਕਿ ਜੇ ਲੋੜ ਪਈ, ਆ ਲਗਭਗ ਉਸੇ ਤਰ੍ਹਾਂ ਦਾ ਬਿਆਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਰਾਣਾ ਕੰਵਰਪਾਲ ਸਿੰਘ। ਹੁਣ ਉਹ ਕਹਿੰਦੇ ਕਿਸਾਨ ਜਥੇਬੰਦੀਆਂ ਦੀ ਮੰਗ ਤੇ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾਉਣ ਦਾ ਫੈਸਲਾ ਸੂਬਾ ਸਰਕਾਰ ਨੇ ਕਰਨਾ ਹੁੰਦਾ। ਪਰ ਜਿਸ ਢੰਗ ਨਾਲ ਉਹ ਕਹਿੰਦੇ ਕਿਸਾਨ ਜਥੇਬੰਦੀਆਂ ਸਾਡੀ ਸਰਕਾਰ ਦੇ ਉੱਤੇ, ਪੰਜਾਬ ਸਰਕਾਰ ਦੇ ਉੱਤੇ 10 ਦਿਨਾਂ ਦਾ ਅਲਟੀਮੇਟਮ ਦੇ ਕੇ ਖਾਸ ਇਜਲਾਸ ਸੱਦਣ ਦਾ ਅਤੇ ਬਾਈਕਾਟ ਕਰਨ ਦੀਆਂ ਧਮਕੀਆਂ ਦੇ ਰਹੀਆਂ ਨੇ, ਇਹ ਗੈਰ ਵਾਜਬ ਹੈ। ਹੁਣ ਤੁਹਾਨੂੰ ਤਾਂ ਸ਼ਾਇਦ ਇਹ ਗੈਰ ਵਾਜਬ ਲੱਗਦਾ ਹੋਵੇ। ਉਹ ਕਹਿੰਦੇ ਅਸੀਂ ਕਿਸਾਨ ਜਥੇਬੰਦੀਆਂ ਦਾ ਕਿਸੇ ਦੇ ਦਬਾਅ ਹੇਠ ਆ ਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾ ਸਕਦੇ। ਸਪੀਕਰ ਰਾਣਾ ਨੇ ਇਹ ਵੀ ਕਹਿ ਦਿੱਤਾ ਕਿ ਵਿਧਾਨ ਸਭਾ ਦੇ ਸੈਸ਼ਨ ਦੀ ਮੰਗ ਕਰਨਾ ਗੱਲ ਹੋਰ ਹੈ, ਪਰ ਕਿਸਾਨ ਜਥੇਬੰਦੀਆਂ ਜਿਸ ਤਰ੍ਹਾਂ ਅਲਟੀਮੇਟਮ ਦੇ ਰਹੀਆਂ ਨੇ, ਇਹ ਗੱਲ ਗੈਰ ਵਾਜਬ ਹੈ।
ਹੁਣ ਰਾਣਾ ਸਪੀਕਰ ਅਗੰਮਪੁਰ ਅਨਾਜ ਮੰਡੀ ਦਾ ਦੌਰਾ ਕਰਨ ਗਏ ਹੋਏ ਸੀ, ਜਿੱਥੇ ਉਹਨਾਂ ਤੋਂ ਆਹ ਸਵਾਲ ਪੁੱਛ ਲਿਆ ਗਿਆ ਕਿ ਮੋਦੀ ਸਰਕਾਰ ਵੱਲੋਂ ਜਿਹੜੇ ਕਿਸਾਨ ਵਿਰੋਧੀ ਬਿੱਲ ਪਾਸ ਕਰ ਦਿੱਤੇ ਗਏ ਤੇ ਕਾਨੂੰਨ ਬਣ ਚੁੱਕੇ ਨੇ, ਕੀ ਤੁਸੀਂ ਉਹਨਾਂ ਦੇ ਖਿਲਾਫ ਲੜ ਰਹੇ ਹੋ? ਉਹ ਕਹਿੰਦੇ ਹਾਂ, ਕੇਂਦਰ ਸਰਕਾਰ ਸਾਡੀ ਲੜਾਈ, ਕੇਂਦਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਹੈ। ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਜਾ ਰਹੀਆਂ ਨੇ ਉਹਨਾਂ ਦੇ ਤਾਂ ਅਸੀਂ ਨਾਲ ਹਾਂ, ਪਰ ਪੰਜਾਬ ਸੂਬੇ ਦੇ ਵਿੱਚ ਜਿਹੜੀਆਂ ਰੇਲਾਂ ਰੋਕੀਆਂ ਜਾ ਰਹੀਆਂ ਨੇ, ਉਹ ਕਹਿੰਦੇ ਉਹਦੇ ਕਾਰਨ ਪੰਜਾਬ ਦੇ ਵਿੱਚ ਤੇਲ ਦੀ, ਖਾਦਾਂ ਦੀ, ਸਬਜ਼ੀਆਂ ਦੀ ਇਹ ਕਿੱਲਤ ਆ ਰਹੀ ਹੈ। ਆਉਣ ਵਾਲੇ ਦਿਨਾਂ 'ਚ ਕੋਇਲੇ ਦੀ ਕਹਿੰਦੇ ਕਿੱਲਤ ਆ ਜਾਣੀ ਹੈ, ਜਿਸ ਦੇ ਕਾਰਨ ਪੰਜਾਬ ਸੂਬੇ ਦੇ ਵਿੱਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ, ਜਿਹਦੇ ਨਾਲ ਕਹਿੰਦੇ ਸਮੁੱਚਾ ਪੰਜਾਬ ਪ੍ਰਭਾਵਿਤ ਹੋ ਸਕਦਾ ਹੈ। ਪਰ ਰਾਣਾ ਜੀ, ਕੀ ਜਿਹੜੇ ਆ ਕਾਨੂੰਨ ਬਣਾ ਦਿੱਤੇ ਗਏ ਹੈ, ਕਿ ਇਹਦੇ ਨਾਲ ਸਮੁੱਚਾ ਪੰਜਾਬ ਪ੍ਰਭਾਵਿਤ ਨਹੀਂ ਹੋ ਰਿਹਾ? ਕੀ ਤੁਹਾਨੂੰ ਕਿਸਾਨਾਂ ਦੀ ਇਹ ਮੰਗ ਜਾਇਜ਼ ਨਹੀਂ ਲੱਗਦੀ? ਮੈਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਕਿਸਾਨਾਂ ਨੂੰ ਇਹ ਮੰਗ ਕਰਨ ਦੀ ਜ਼ਰੂਰਤ ਹੀ ਨਾ ਪੈਂਦੀ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਇਹ ਮੰਡੀ ਕਰਨ ਵਾਲਾ ਇਹ ਕਾਨੂੰਨ ਜਿਹੜਾ ਬਣਾ ਦਿੱਤਾ ਹੈ, ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਹੈ, ਇਹ ਤਾਂ ਸਟੇਟ ਸੂਬਾ ਸੀ, ਉਹਦਾ ਵਿਸ਼ਾ ਸੀ। ਤੁਸੀਂ ਤਾਂ ਖੁਦ ਬਖੁਦ ਰਾਸ਼ਟਰਪਤੀ ਸਾਹਿਬ ਨੂੰ ਵੀ ਆਪਣਾ ਮੈਮੋਰੈਂਡਮ ਦੇ ਸਕਦੇ ਹੋ, ਤੁਸੀਂ ਤਾਂ ਮਤਾ ਪਾਸ ਕਰਕੇ ਉਹਨਾਂ ਤੱਕ ਪੁੱਜਦਾ ਕਰ ਸਕਦੇ ਹੋ, ਤੁਸੀਂ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ। ਪਰ ਪਤਾ ਨਹੀਂ ਢਿੱਲ ਮੱਠ ਕਿਉਂ ਕੀਤੀ ਜਾ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਖਿਆ ਕਿ ਇਹ ਕਿਸਾਨ ਜਥੇਬੰਦੀਆਂ ਦੀ ਮੰਗ ਵਾਜਬ ਹੁੰਦਿਆਂ ਵੀ ਅਲਟੀਮੇਟਮ ਜਿਹੜਾ ਦਿੱਤਾ ਹੈ, ਅਸੀਂ ਕਿਸੇ ਦਬਾਅ ਵਿੱਚ ਆ ਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਵਾਂਗੇ। ਹੁਣ ਅਗਲੀ ਗੱਲ ਇਹ ਨਿਕਲੀ ਹੈ ਕਿ ਕੱਲ ਤੋਂ ਪਰਸੋਂ ਤੋਂ 3 ਦਿਨ ਜੇਕਰ ਆਪਾਂ ਪਿੱਛੇ ਚੱਲੀਏ, ਕੈਪਟਨ ਅਮਰਿੰਦਰ ਸਿੰਘ ਵੀ ਆਖ ਰਹੇ ਆ ਹੁਣੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ, ਸਪੀਕਰ ਸਾਹਿਬ ਵੀ ਕਹੀ ਜਾਂਦੇ ਆ, ਤੇ ਕੁਝ ਹੋਰ ਲੀਡਰ ਵੀ ਇਹ ਗੱਲ ਆਖ ਰਹੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਬਲੈਕ ਆਊਟ ਹੋ ਸਕਦਾ ਹੈ, ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਸ ਚੀਜ਼ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਇੱਕ ਹੰਗਾਮੀ ਮੀਟਿੰਗ ਕੀਤੀ ਹੈ, ਤੇ ਤੁਹਾਨੂੰ ਪਤਾ ਹੈ ਕਿ ਲਗਭਗ 30-31 ਜਥੇਬੰਦੀਆਂ ਨੇ, ਉਹਨਾਂ ਨੇ ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਦੇ ਵਿੱਚ ਇੱਕ ਮੀਟਿੰਗ ਕੀਤੀ। ਪਰ ਇਸ ਮੀਟਿੰਗ ਦੇ ਵਿੱਚ ਰਿਜ਼ਲਟ, ਇਸ ਮੀਟਿੰਗ ਦੇ ਵਿੱਚ ਨਤੀਜਾ ਕੋਈ ਨਹੀਂ ਨਿਕਲ ਸਕਿਆ, ਜਿਸ ਦੇ ਕਾਰਨ ਅਗਲੀ ਮੀਟਿੰਗ 13 ਅਕਤੂਬਰ ਨੂੰ ਦੁਬਾਰਾ ਰੱਖ ਦਿੱਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ, ਪੰਜਾਬ ਕਿਸਾਨ ਯੂਨੀਅਨ ਸਮੇਤ ਲਗਭਗ ਕਈ ਜਥੇਬੰਦੀਆਂ ਸੀ ਜਿਹੜੀਆਂ ਸ਼ਾਮਲ ਨਹੀਂ ਹੋ ਸਕੀਆਂ। ਇਸ ਮੀਟਿੰਗ ਵਿੱਚ ਰੇਲ ਰੋਕੋ ਅੰਦੋਲਨ, ਬਿਜਲੀ ਸੰਕਟ ਅਤੇ ਅਗਲੇ ਸੰਘਰਸ਼ ਕਿਵੇਂ ਉਲੀਕੇ ਜਾਣ, ਕਿਵੇਂ ਸੰਘਰਸ਼ ਵਿੱਢੇ ਜਾਣ, ਇਸ ਸੰਬੰਧੀ ਗੱਲਬਾਤ ਹੋਈ। ਤੇ ਇਹ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇ ਡਾਕਟਰ ਦਰਸ਼ਨਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨੇ ਝੰਡਾ ਸਿੰਘ ਜੇਠੂਕੇ, ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇ ਜਗਜੀਤ ਸਿੰਘ ਡੱਲੇਵਾਲ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਪੈਦਾ ਕੀਤੇ ਜਾ ਰਹੇ ਬਿਜਲੀ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਅੱਜ ਦੀ ਇਹ ਹੰਗਾਮੀ ਮੀਟਿੰਗ ਬੁਲਾਈ ਸੀ। ਪਰ ਤੁਹਾਨੂੰ ਪਤਾ ਹੋਣਾ ਕਿ ਬਹੁਜਨ ਭਾਈਚਾਰੇ ਦੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਕਿਉਂਕਿ ਤੁਹਾਨੂੰ ਪਤਾ ਹੋਣਾ ਕਿ ਬਹੁਤ ਕਰੋੜੀ ਘੁਟਾਲਾ ਹੋਇਆ। ਘੁਟਾਲੇ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨੇ ਸਾਧੂ ਸਿੰਘ ਧਰਮਸੋਤ, ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਪਰ ਇਲਜ਼ਾਮ ਲਾ ਕੇ ਕਰੂ ਕੀ ਕੋਈ? ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਵੀ ਨੇ, ਸਾਧੂ ਸਿੰਘ ਧਰਮਸੋਤ ਕਲੀਨ ਚਿੱਟ ਦੇ ਦਿੱਤੀ ਬਗਾਨਿਆਂ ਨੇ। ਉਹ ਕਹਿੰਦੇ ਭਾਈ ਮੰਤਰੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਕਹਿੰਦੇ ਉਹਨਾਂ ਤਾਂ ਸਾਈਨ ਕੀਤੇ ਆ, ਘੁਟਾਲਾ ਜੇ ਹੋ ਵੀ ਗਿਆ ਕਿੱਡੀ ਵੱਡੀ ਗੱਲ ਹੈ। ਪਰ ਇਸ ਚੀਜ਼ ਨੂੰ ਲੈ ਕੇ ਬਹੁਜਨ ਸਮਾਜ ਨੇ ਅੱਜ ਪੰਜਾਬ ਬੰਦ ਕੀਤਾ ਹੋਇਆ ਸੀ, ਜਿਸ ਦੇ ਕਾਰਨ ਇਸ ਪੰਜਾਬ ਬੰਦ ਦੇ ਕਾਰਨ ਕੁਝ ਜਥੇਬੰਦੀਆਂ ਅੱਜ ਹੋਈ ਇਸ ਮੀਟਿੰਗ ਵਿੱਚ ਪੁੱਜ ਨਹੀਂ ਸਕੀਆਂ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਬਿਜਲੀ ਸੰਕਟ, DAP ਅਤੇ ਯੂਰੀਆ ਤੋਟ ਬਾਰੇ ਚਰਚਾ ਖੁੱਲ੍ਹ ਕੇ ਕੀਤੀ ਗਈ। ਉਹ ਕਹਿੰਦੇ ਹੁਣ ਕਹਿਣ ਲੱਗ ਪਏ ਕਿ ਬਿਜਲੀ ਸੰਕਟ 10-15 ਦਿਨਾਂ 'ਚ ਹੀ ਪੈਦਾ ਹੋ ਗਿਆ। ਪਹਿਲਾਂ ਕੋਵਿਡ ਕਾਰਨ ਕਿੰਨੀ ਦੇਰ ਸਾਰਾ ਕੁਝ ਬੰਦ ਰਿਹਾ, ਕਦੇ ਬਿਜਲੀ ਸੰਕਟ ਪੈਦਾ ਨਹੀਂ ਹੋਇਆ। ਉਹ ਕਹਿੰਦੇ ਭਾਵੇਂ ਕੁਝ ਵੀ ਹੈ, ਅਸੀਂ ਮੌਜੂਦਾ ਸਥਿਤੀ ਨੂੰ ਦੇਖ ਕੇ ਇਹਦਾ ਹੱਲ ਕੱਢਣ ਵਾਸਤੇ ਜਾਂ ਜਿਹੜਾ ਇਹ ਹਊਆ ਖੜਾ ਕੀਤਾ ਗਿਆ ਇਹਦੇ ਹੱਲ ਦੇ ਵਾਸਤੇ ਅਸੀਂ ਅੱਜ ਮੀਟਿੰਗ ਸੱਦੀ ਸੀ। ਸਾਰੀਆਂ ਜਥੇਬੰਦੀਆਂ ਆ ਨਹੀਂ ਸਕਿਆ। ਅਗਲੀ ਮੀਟਿੰਗ 13 ਤਰੀਕ ਨੂੰ ਹੋਏਗੀ। ਪਰ ਪੰਜਾਬ ਦੀਆਂ ਰੇਲਵੇ ਲਾਈਨਾਂ, ਟੋਲ ਪਲਾਜ਼ੇ, ਕਾਰਪੋਰੇਟ ਅਦਾਰਿਆਂ ਦੇ ਅੱਗੇ ਉਹਨਾਂ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਜਿਹੜੇ ਮੋਰਚੇ ਗੱਡੇ ਹੋਏ ਨੇ ਇਹ ਪੱਕੇ ਤਰੀਕੇ ਨਾਲ ਹਾਲੇ ਇਸੇ ਤਰ੍ਹਾਂ ਰਹਿਣਗੇ, ਪਰ ਬਿਜਲੀ ਦੇ ਕੱਟ ਲਗਾ ਕੇ ਕਿਸਾਨਾਂ ਦੇ ਖਿਲਾਫ ਜਿਹੜੀ ਸਰਕਾਰ ਇਸ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਉਹਦਾ ਸਾਹਮਣਾ ਕਹਿੰਦੇ ਅਸੀਂ ਕੱਲ੍ਹ ਵੀ ਕਰ ਰਹੇ ਸੀ, ਉਹਦਾ ਸਾਹਮਣਾ ਅਸੀਂ ਅੱਜ ਵੀ ਕਰ ਰਹੇ ਹਾਂ ਤੇ ਉਹਦਾ ਸਾਹਮਣਾ ਕੱਲ੍ਹ ਨੂੰ ਵੀ ਕਰਾਂਗੇ ਅਤੇ ਖੁੱਲ੍ਹ ਕੇ ਚਰਚਾ ਕੀਤੀ ਹੈ। ਉਹ ਕਹਿੰਦੇ ਜੇਕਰ ਨਾ ਖੇਤੀ ਬਿਜਲੀ ਲਈ ਕਿਸਾਨਾਂ ਨੂੰ ਤੰਗ ਕੀਤਾ ਗਿਆ ਤਾਂ ਅਸੀਂ ਸੰਬੰਧਿਤ ਅਧਿਕਾਰੀਆਂ ਦਾ ਘਿਰਾਓ ਵੀ ਕਰ ਸਕਦੇ ਹਾਂ। ਸੋ ਅੱਜ ਕੁਝ ਜਥੇਬੰਦੀਆਂ ਸ਼ਾਮਲ ਨਹੀਂ ਹੋ ਸਕੀਆਂ, ਇਸ ਕਰਕੇ ਇਹਨਾਂ ਮਸਲਿਆਂ ਦੇ ਉੱਤੇ ਅਗਲਾ ਫੈਸਲਾ 13 ਅਕਤੂਬਰ ਨੂੰ ਲੈ ਜਾਣ ਦੀ ਸੰਭਾਵਨਾ ਹੈ। ਜਦੋਂ ਕਿ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਨਾ ਬੁਲਾਏ ਜਾਣ ਬਾਰੇ ਅਗਲਾ ਜਿਹੜਾ ਸੰਘਰਸ਼ ਹੈ, ਤੁਹਾਨੂੰ ਪਤਾ ਕਿ ਅਲਟੀਮੇਟਮ ਆਲਰੇਡੀ ਦਿੱਤਾ ਹੋਇਆ, ਉਹ 15 ਅਕਤੂਬਰ ਦੀ ਮੀਟਿੰਗ ਵਿੱਚ ਫਿਰ ਫੈਸਲਾ ਕੀਤਾ ਜਾਏਗਾ। ਤੇ ਉਧਰ ਪਤਾ ਲੱਗਿਆ ਕਿ ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਅਜਮੇਰ ਸਿੰਘ ਲੱਖੋਵਾਲ ਨੇ ਐਲਾਨ ਕੀਤਾ ਕਿ ਉਹਨਾਂ ਦੀ ਯੂਨੀਅਨ ਤਨੋ ਮਨੋ ਸਾਰੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਨਾਲ ਹੈ। ਲੱਖੋਵਾਲ ਨੇ ਇਹ ਵੀ ਕਿਹਾ ਕਿ ਕੇਂਦਰ ਦੇ ਨਵੇਂ ਕਾਨੂੰਨ ਨੂੰ ਰੱਦ ਕਰਵਾਉਣ ਲਈ ਹਰ ਤਰ੍ਹਾਂ ਦਾ ਉਹ ਸੰਘਰਸ਼ ਬਾਕੀ ਜਥੇਬੰਦੀਆਂ ਦੇ ਨਾਲ ਮਿਲ ਕੇ ਜਾਰੀ ਰੱਖਣਗੇ। ਉਹਨਾਂ ਇਹ ਵੀ ਕਹਿ ਦਿੱਤਾ ਕਿ ਬਾਕੀ ਕਿਸਾਨ ਯੂਨੀਅਨਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਰਿਟ ਪਾਉਣ ਵਾਲੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੋਂ ਅਸੀਂ ਅਸਤੀਫਾ ਲੈ ਲਿਆ, ਅਸਤੀਫਾ ਪ੍ਰਵਾਨ ਵੀ ਕਰ ਲਿਆ ਅਤੇ ਰਿਟ ਪਟੀਸ਼ਨ ਵਾਪਸ ਲਈ ਦੀ ਕਾਪੀ ਵੀ 13 ਮੈਂਬਰੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਨੂੰ ਭੇਜ ਦਿੱਤੀ ਗਈ ਹੈ। ਸੋ ਹੁਣ ਮੈਂ ਵੀ ਕੁਝ ਦਿਨ ਪਹਿਲਾਂ ਹੀ ਜਿਹੜੇ ਇਹ ਘੁੰਮਣ ਭਰਾ ਸੀ ਜਿਨ੍ਹਾਂ ਨੇ ਇਹ ਰਿਟ ਪਾਈ ਸੀ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ। ਉਹ ਕਹਿੰਦੇ ਪਟੀਸ਼ਨ ਦੇ ਵਿੱਚ ਕੁਝ ਵੀ ਢਿੱਲ ਨਹੀਂ ਸੀ, ਕੁਝ ਮੱਠ ਨਹੀਂ ਸੀ। ਉਹ ਕਹਿੰਦੇ ਅਸੀਂ ਪਹਿਲਾਂ ਹੀ ਕਿਹਾ ਸੀ, ਜਿਸ ਦਿਨ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਨੇ ਸਾਡੇ ਕੋਲ ਅਪਰੋਚ ਕੀਤੀ ਸੀ ਕਿ ਬਾਕੀ ਜਥੇਬੰਦੀਆਂ ਦੇ ਨਾਲ ਰਾਏ ਸਲਾਹ ਮਸ਼ਵਰਾ ਕਰ ਲਿਆ। ਉਹ ਕਹਿੰਦੇ ਅਸੀਂ ਦੁਬਾਰਾ ਜਿਹੜੀ ਪਟੀਸ਼ਨ ਪਾਈ ਸੀ ਉਹ ਵਾਪਸ ਵੀ ਲੈ ਲਈ ਹੈ, ਪਰ ਉਹ ਪਟੀਸ਼ਨ ਬਹੁਤ ਖੂਬਸੂਰਤ ਪਟੀਸ਼ਨ ਸੀ, ਧੜੱਲੇਦਾਰ ਵਕੀਲ ਨੇ। ਉਹ ਕਹਿੰਦੇ ਅਸੀਂ ਹੁਣ ਵੀ ਅਪੀਲ ਕਰਦੇ ਹਾਂ, ਭਾਵੇਂ ਹੋਰ ਕਿਸੇ ਵਕੀਲ ਦੇ ਰਾਹੀਂ ਉਹ ਪਟੀਸ਼ਨ ਪਾ ਦਿੱਤੀ ਜਾਵੇ, ਭਾਵੇਂ ਸਾਡੇ ਰਾਹੀਂ ਪਾ ਦਿੱਤੀ ਜਾਵੇ, ਪਰ ਕਹਿੰਦੇ ਜਿਸ ਦਿਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਾਡੇ ਨਾਲ ਸੰਪਰਕ ਕੀਤਾ ਸੀ, ਅਸੀਂ ਦੱਸਿਆ ਸੀ ਕਿ ਅਸੀਂ ਵੀ ਕਿਸਾਨ ਦੇ ਪੁੱਤ ਹਾਂ, ਅਸੀਂ ਕੇਸ ਲੜਾਂਗੇ, ਧੜੱਲੇ ਨਾਲ ਲੜਾਂਗੇ, ਪਰ ਇੱਕ ਪੈਸਾ ਨਹੀਂ ਲਵਾਂਗੇ। ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਕੋਈ ਇੱਕ ਕਿਸਾਨ ਜਥੇਬੰਦੀ, ਪਰ ਕਹਿੰਦੇ ਚੰਗਾ ਹੋਵੇ ਜੇ ਸਾਰੀਆਂ ਕਿਸਾਨ ਜਥੇਬੰਦੀਆਂ ਰਲ ਕੇ ਕੇਸ ਕਰਨ, ਪਰ ਕੋਈ ਇਕੱਲਾ ਵੀ ਕੇਸ ਕਰ ਸਕਦਾ ਹੈ, ਇਕੱਲੀ ਜਥੇਬੰਦੀ ਵੀ ਕਰ ਸਕਦੀ ਹੈ ਤੇ ਸਾਰੀਆਂ ਰਲ ਕੇ ਵੀ ਕਰ ਸਕਦੀਆਂ ਨੇ। ਪਰ ਨਾਲ ਉਹ ਕਹਿੰਦੇ ਜੇ ਸੂਬਾ ਸਰਕਾਰ ਸੁਹਿਰਦ ਹੋਵੇ ਨਾ, ਸੂਬਾ ਸਰਕਾਰ ਸਿੱਧੀ ਸੁਪਰੀਮ ਕੋਰਟ ਵਿੱਚ ਜਾ ਕੇ ਇਸ ਕੇਸ ਨੂੰ ਚੈਲੰਜ ਕਰ ਸਕਦੀ ਹੈ। ਪਰ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਮਜਬੂਰੀ ਹੈ ਜਿਹੜੀ ਹਾਲੇ ਤੱਕ ਨਾ ਸੁਪਰੀਮ ਕੋਰਟ ਦਾ ਰੁਖ ਕਰ ਰਹੇ ਨੇ ਅਤੇ ਨਾ ਹੀ ਉਹਨਾਂ ਨੇ ਕੋਈ ਖਾਸ ਇਜਲਾਸ ਸੱਦਿਆ। ਅਗਲੀ ਖਬਰ ਤੁਹਾਨੂੰ ਪਤਾ ਹੈ ਕਿ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਵਿੱਚ ਸੁਮੇਧ ਸੈਣੀ ਦੇ ਉੱਤੇ ਪਰਚਾ ਦਰਜ ਹੋ ਗਿਆ ਸੀ 302 ਦਾ ਕਤਲ ਦਾ। ਹੁਣ ਬਲਵੰਤ ਸਿੰਘ ਮੁਲਤਾਨੀ ਨੂੰ ਲਗਭਗ 3 ਦਹਾਕੇ ਪਹਿਲਾਂ ਘਰੋਂ ਜ਼ਬਰੀ ਅਗਵਾ ਕਰਨ, ਫਿਰ ਬਾਅਦ ਵਿੱਚ ਭੇਦ ਭਰੀ ਹਾਲਤ ਦੇ ਵਿੱਚ ਲਾਪਤਾ ਕਰਨ ਦਾ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਮਜ਼ਦ ਹੋ ਚੁੱਕੇ ਨੇ। ਮਟੌਰ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ FIR ਦਰਜ ਹੋ ਚੁੱਕੀ ਹੈ। ਉਹ ਚਾਹੁੰਦੇ ਨੇ ਕਿ ਇਹ FIR ਜਿਹੜੀ ਮਟੌਰ ਥਾਣੇ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਕਤਲ ਦੇ ਕੇਸ ਦੇ ਵਿੱਚ ਉਹਨਾਂ ਦੇ ਖਿਲਾਫ ਦਰਜ ਹੋਈ ਹੈ ਉਹ ਰੱਦ ਹੋਵੇ। ਹੁਣ ਇਹ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਤੇ ਇਸ ਮਾਮਲੇ ਦੀ ਸੁਣਵਾਈ ਟਲ ਗਈ ਹੈ। ਟਲੀ ਕਿਉਂ ਹੈ? ਵਿਸ਼ੇਸ਼ ਸਰਕਾਰੀ ਵਕੀਲ ਨੇ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ, ਪਰ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੇ ਆਪਣੇ ਵਕੀਲ ਦੇ ਰਾਹੀਂ ਆਪਣੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ, ਜਿਸ ਕਾਰਨ ਸੁਮੇਧ ਸੈਣੀ ਨੇ ਆਪਣੇ ਵਕੀਲ ਦੇ ਰਾਹੀਂ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ, ਜਿਸ ਤੇ ਮਾਨਯੋਗ ਅਦਾਲਤ ਨੇ ਇਸ ਕੇਸ ਦੀ ਸੁਣਵਾਈ 14 ਅਕਤੂਬਰ ਤੱਕ ਟਾਲ ਦਿੱਤੀ ਹੈ, 14 ਅਕਤੂਬਰ ਤੱਕ ਅੱਗੇ ਪਾ ਦਿੱਤੀ ਹੈ। ਸੁਮੇਧ ਸੈਣੀ ਨੇ ਆਪਣੇ ਵਕੀਲਾਂ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਖਿਲਾਫ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਸੀ। ਹੁਣ ਉਹ ਰੱਦ ਹੁੰਦਾ ਜਾਂ ਨਹੀਂ ਹੁੰਦਾ, ਇਹ 14 ਅਕਤੂਬਰ ਤੋਂ ਬਾਅਦ ਸਾਨੂੰ ਇੱਕ ਵਾਰੀ ਫੇਰ ਇਸ ਕੇਸ ਦੇ ਉੱਤੇ ਨਜ਼ਰ ਬਣਾ ਕੇ ਰੱਖਣੀ ਪਏਗੀ। ਹੁਣ ਅਗਲੀ ਖਬਰ, ਤੁਹਾਨੂੰ ਪਤਾ ਹੈ ਕਿ ਪੈਂਡੈਮਿਕ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਮੁਲਕਾਂ ਨੇ ਆਪਣੇ ਮੁਲਕ ਦੇ ਵਿੱਚ ਗੈਰ ਜ਼ਰੂਰੀ ਯਾਤਰਾਵਾਂ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ। ਖਾਸ ਕਰਕੇ ਕੈਨੇਡਾ ਇਸ ਮਸਲੇ ਨੂੰ ਲੈ ਕੇ ਬਹੁਤ ਸਖਤੀ ਦਾ ਰੌ ਅਖਤਿਆਰ ਕਰੀ ਬੈਠਾ ਹੈ। ਹੁਣ ਅੱਜ ਤੱਕ ਕੈਨੇਡਾ ਤੇ ਅਮਰੀਕਾ ਦਾ ਇੰਜ ਵਪਾਰ ਸੀ, ਆਉਣਾ ਜਾਣਾ ਇੰਜ ਸੀ ਜਿਵੇਂ ਆਪਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ।
ਪਰ ਤੁਹਾਡੇ ਕੋਲੇ ਜ਼ਰੂਰੀ ਕਾਗਜ਼ਾਤ ਚਾਹੀਦੇ ਨੇ, ਤੁਸੀਂ ਇਧਰੋਂ ਉਧਰ ਤੇ ਉਧਰੋਂ ਇਧਰ ਆ ਜਾ ਸਕਦੇ ਸੀ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਇੱਕ ਦੂਸਰੇ ਪਾਸੇ ਰਿਸ਼ਤੇਦਾਰੀਆਂ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਪਾਸਿਓਂ ਦੂਸਰੇ ਪਾਸੇ ਗਰੋਸਰੀ ਖਰੀਦਣ ਜਾਂਦੇ ਨੇ, ਬਹੁਤ ਸਾਰੇ ਲੋਕ ਸੀ ਜਿਹੜੇ ਸੈਰ ਸਪਾਟਾ ਕਰਨ ਜਾਂਦੇ ਨੇ, ਬਹੁਤ ਸਾਰੇ ਲੋਕ ਸੀ ਜਿਹੜੇ ਖਰੀਦੋ ਫਰੋਖਤ ਕਰਨ ਜਾਂਦੇ ਨੇ। ਪਰ ਹੁਣ ਇਸ ਪੈਂਡੈਮਿਕ ਦੇ ਕਾਰਨ ਮਾਰਚ ਮਹੀਨੇ ਤੋਂ ਇਹ ਸਰਹੱਦ ਗੈਰ ਜ਼ਰੂਰੀ ਆਵਾਜਾਈ ਦੇ ਕਾਰਨ ਬੰਦ ਕੀਤੀ ਹੋਈ ਹੈ। ਕਰੋਨਾ ਦੇ ਖਤਰੇ ਦੇ ਮੱਦੇਨਜ਼ਰ ਇਹ ਸਰਹੱਦ, ਇਹ ਬਾਰਡਰ ਇਸ ਕਾਰਨ ਗੈਰ ਜ਼ਰੂਰੀ ਯਾਤਰਾ ਕਾਰਨ ਵਾਪਸ ਆਉਣ ਜਾਣ ਵਾਲਿਆਂ ਵਾਸਤੇ, ਇੱਕ ਦੂਸਰੇ ਮੁਲਕ ਜਾਣ ਆਉਣ ਵਾਲਿਆਂ ਵਾਸਤੇ ਬੰਦ ਕੀਤੇ ਹੋਏ ਨੇ। ਸਰਹੱਦ ਬੰਦ ਹੋਣ ਦੇ ਬਾਵਜੂਦ ਵੀ ਸ਼ਾਪਿੰਗ ਕਰਨ ਦੇ ਸ਼ੌਕੀਨ, ਘੁੰਮਣ ਫਿਰਨ ਦੇ ਸ਼ੌਕੀਨ ਬਹੁਤ ਸਾਰੇ ਲੋਕ ਸੀ ਜਿਹੜੇ ਕੈਨੇਡਾ ਆਉਣ ਦੀ ਕੋਸ਼ਿਸ਼ ਕਰਦੇ ਸੀ, ਪਰ ਜਦੋਂ ਬਾਰਡਰ 'ਤੇ ਆਉਂਦੇ ਸੀ ਤੇ ਜਿਹੜੀ CBSA ਉੱਥੇ ਆਫੀਸਰ ਖੜੇ ਆ ਉਹ ਉਹਨਾਂ ਨੂੰ ਵਾਪਸ ਭੇਜਦੇ ਰਹੇ ਆ। ਹੁਣ ਇਸ ਏਜੰਸੀ ਨੇ ਦੱਸਿਆ ਕਿ ਲਗਭਗ 3441 ਯਾਤਰੀਆਂ ਨੂੰ ਅਸੀਂ ਵਾਪਸ ਅਮਰੀਕਾ ਭੇਜਿਆ। ਕੈਨੇਡਾ ਵਿੱਚ ਅਸੀਂ ਉਹਨਾਂ ਨੂੰ ਦਾਖਲ ਹੋਣ ਨਹੀਂ ਦਿੱਤਾ। ਇਹਨਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 22 ਮਾਰਚ ਤੋਂ 2 ਅਕਤੂਬਰ ਤੱਕ 22,414 ਵਿਦੇਸ਼ੀ ਲੋਕਾਂ ਨੂੰ ਹਵਾਈ ਆਵਾਜਾਈ, ਸੜਕੀ ਆਵਾਜਾਈ ਜਾਂ ਫਿਰ ਪਾਣੀਆਂ ਰਾਹੀਂ ਆਵਾਜਾਈ ਵਿੱਚ ਕੈਨੇਡਾ ਆਉਣ ਤੋਂ ਰੋਕਿਆ ਗਿਆ, ਜਿਨ੍ਹਾਂ ਵਿੱਚ 87% ਅਮਰੀਕੀ ਲੋਕ ਸੀ, 13% ਹੋਰਨਾਂ ਮੁਲਕਾਂ ਦੇ ਲੋਕ ਸੀ ਜਿਨ੍ਹਾਂ ਕੋਲ ਵੀਜ਼ੇ ਤਾਂ ਸੀ, ਉਹ ਕੈਨੇਡਾ ਆਉਣਾ ਚਾਹੁੰਦੇ ਸੀ ਪਰ ਗੈਰ ਜ਼ਰੂਰੀ ਯਾਤਰਾ ਤੇ ਕੈਨੇਡਾ ਦੇ ਵਿੱਚ ਪਾਬੰਦੀ ਲਾਈ ਹੋਈ ਹੈ। ਹੁਣ ਇਹਨਾਂ ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਆਂ ਦੇ ਬਾਵਜੂਦ ਕੈਨੇਡੀਅਨ ਲੋਕਾਂ ਨੇ ਕੌਮਾਂਤਰੀ ਸਫ਼ਰ ਜਾਰੀ ਰੱਖਿਆ। CBSA ਦੀ ਰਿਪੋਰਟ ਦੇ ਮੁਤਾਬਕ, ਰਿਕਾਰਡ ਦੇ ਮੁਤਾਬਕ 28 ਸਤੰਬਰ ਤੋਂ 4 ਅਕਤੂਬਰ ਤੱਕ 54,934 ਵਿਅਕਤੀਆਂ ਨੇ ਸਫ਼ਰ ਕੀਤਾ ਹੈ, ਜਿਨ੍ਹਾਂ ਵਿੱਚੋਂ 66% ਹਵਾਈ ਆਵਾਜਾਈ ਰਾਹੀਂ ਆਏ। ਹਾਲਾਂਕਿ 2019 ਦੇ ਮੁਕਾਬਲੇ ਇਹ ਜਿਹੜਾ ਸੈਰ ਸਪਾਟਾ ਕਰਨ ਵਾਲੇ ਲੋਕਾਂ ਦੀ ਗਿਣਤੀ 92% ਘੱਟ ਹੈ। ਫਿਲਹਾਲ ਜੇਕਰ ਆਪਾਂ ਅੱਜ ਵੇਖੀਏ, ਕੈਨੇਡਾ ਦੇ ਵਿੱਚ ਅੱਜ ਵੀ ਇਹ ਨਿਯਮ ਕੈਨੇਡਾ ਸਰਕਾਰ ਵੱਲੋਂ ਬਣਾਇਆ ਹੋਇਆ ਹੈ ਕਿ ਜੇਕਰ ਤੁਸੀਂ ਕਿਸੇ ਦੂਸਰੇ ਮੁਲਕ ਦੀ ਯਾਤਰਾ ਕਰਕੇ ਆਉਂਦੇ ਹੋ ਤਾਂ ਤੁਹਾਨੂੰ 14 ਦਿਨਾਂ ਦੇ ਵਾਸਤੇ ਇਕਾਂਤਵਾਸ ਰਹਿਣਾ ਪੈਂਦਾ ਹੈ, ਤੇ ਜੇਕਰ ਤੁਸੀਂ ਇਕਾਂਤਵਾਸ ਦੀ ਸ਼ਰਤ ਭੰਗ ਕਰਦੇ ਹੋ, 14 ਦਿਨ ਸੈਲਫ ਆਈਸੋਲੇਸ਼ਨ ਵਿੱਚ ਨਹੀਂ ਰਹਿੰਦੇ, ਤਾਂ ਤੁਹਾਨੂੰ $7.5 ਲੱਖ ਦਾ ਜੁਰਮਾਨਾ ਹੋ ਸਕਦਾ ਹੈ। ਇਹ ਤੋਂ ਵੀ ਅੱਗੇ ਹੋਰ ਸਖਤ ਸਟੈਪ ਹੈ ਕਿ ਜੇਕਰ ਤੁਸੀਂ ਇਹ ਸ਼ਰਤ ਭੰਗ ਕਰ ਦਿੱਤੀ, ਤੁਹਾਨੂੰ COVID-19 ਹੋ ਗਿਆ, ਤੁਹਾਡੇ ਕਾਰਨ ਕਿਸੇ ਵਿਅਕਤੀ ਨੂੰ ਹੋਰ COVID-19 ਹੋ ਗਿਆ ਤੇ ਉਸ ਵਿਅਕਤੀ ਦੀ ਮੌਤ ਹੋ ਗਈ, ਤਾਂ ਤੁਹਾਨੂੰ 1 ਮਿਲੀਅਨ ਭਾਵ $10 ਲੱਖ ਜੁਰਮਾਨਾ ਅਤੇ ਨਾਲ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਣਾ ਪਵੇਗਾ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਜਾਣਕਾਰੀਆਂ ਖਬਰਾਂ ਦੇ ਰੂਪ ਵਿੱਚ, ਉਹਨਾਂ ਦੇ ਉੱਤੇ ਵਿਚਾਰ ਚਰਚਾ। ਤੁਹਾਨੂੰ ਜੇਕਰ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨ ਦੀ ਕੰਜੂਸੀ ਨਾ ਕਰਿਓ, ਤੇ ਜੇਕਰ ਹਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ, ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ।